ਸਤਨਾਮ ਸ਼੍ਰੀ ਵਾਹਿਗੁਰੂ ਜੀ। ਜੀਵਨ ਇਤਿਹਾਸ। ਧੰਨ 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 ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ। ਬਾਬਾ ਜੀ ਦੇ ਜੀਵਨ ਇਤਿਹਾਸ ਵਿੱਚੋਂ ਸਾਖੀਆਂ ਸੁਣਨ ਵਾਸਤੇ ਜੋ ਕਿ ਸਾਡੇ ਜੀਵਨ ਨੂੰ ਵੀ ਉਪਦੇਸ਼ ਦਿੰਦੀਆਂ ਹਨ, ਰਾਹ ਦਿਖਾਉਂਦੀਆਂ ਹਨ। ਤੁਸੀਂ ਸਾਡਾ ਚੈਨਲ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ। ਬਾਬਾ ਜੀ ਸਲੋਨ ਬਾਗ ਤੋਂ ਕਰੋਲ ਦੇ ਟਿੱਪੇ 'ਤੇ ਹੁੰਦੇ ਹੋਏ ਨਾਨਕਸਰ ਕਲੇਰੀ ਆ ਗਏ ਸਨ। ਗਿਆਨ ਸਿੰਘ ਇੱਕ ਵਾਜਾ ਹਾਰਮੋਨੀਅਮ ਖੁਦ ਬਣਾ ਕੇ ਭੇਟਾ ਕਰਨ ਲਈ ਲੈ ਕੇ ਆਇਆ ਸੀ। ਉਹ ਦਿੱਲੀ ਵਿੱਚ ਰਹਿੰਦਾ ਸੀ। ਉਸਦਾ ਕੰਮ ਹੀ ਇਸ ਤਰ੍ਹਾਂ ਦੇ ਸਾਜ਼ ਵੇਚਣਾ ਸੀ। ਦੱਸ ਭਾਈ, ਤੈਨੂੰ ਇਸ ਵਾਜੇ ਦਾ ਕੀ ਮੁੱਲ ਦਈਏ? ਕਿੰਨੇ ਪੈਸੇ ਲੈਣੇ ਨੇ? ਬਾਬਾ ਜੀ ਨੇ ਗਿਆਨ ਸਿੰਘ ਨੂੰ ਪੁੱਛਿਆ। ਜੇ ਵੇਚਣਾ ਹੀ ਹੁੰਦਾ ਤਾਂ ਦਿੱਲੀ ਵਿੱਚ ਹੀ ਵੇਚ ਲੈਣਾ ਸੀ। ਗਿਆਨ ਸਿੰਘ ਨੇ ਕਿਹਾ, ਅੱਛਾ ਫਿਰ ਇੱਥੇ ਤੂੰ ਕੀ ਲੈਣ ਆਇਆ ਏ? ਬਾਬਾ ਜੀ ਨੇ ਤਾੜਨਾ ਭਰੇ ਲਹਿਜ਼ੇ ਵਿੱਚ ਕਿਹਾ। ਇਹ ਵੀ ਇੱਕ ਅਨੋਖਾ ਕੌਤਕ ਸੀ। ਕਈ ਵਾਰ ਬਾਬਾ ਜੀ ਕਿਸੇ ਨੂੰ ਕੁਝ ਪੁੱਛਣਾ ਅਤੇ ਅੰਦਰੋਂ ਪ੍ਰੇਰ ਕੇ ਸਹੀ ਗੱਲ ਕਹਾ ਲੈਣੀ। ਕਹਿਣ ਵਾਲੇ ਨੇ ਵੀ ਹੈਰਾਨ ਹੋਣਾ ਕਿ ਇਹ ਗੱਲ ਮੇਰੇ ਕੋਲ ਕਿਵੇਂ ਕਹੀ ਗਈ। ਜੀ ਗੁਨਾਹ ਬਖਸ਼ਾਉਣ ਆਇਆ ਹਾਂ, ਗਿਆਨ ਸਿੰਘ ਦੇ ਮੂੰਹੋਂ ਨਿਕਲਿਆ। ਅੱਛਾ ਭਾਈ, ਕਵੀ ਮੁੰਡਾ ਤਾਂ ਬੜਾ ਹੀ ਚੰਗਾ ਬੋਲਦਾ ਏ। ਸੱਚ ਹੈ ਜੀ, ਕੋਲ ਖੜੇ ਕਵੀ ਜੀ ਨੇ ਕਿਹਾ। ਫਿਰ ਤੂੰ ਭਾਈ ਬੱਚਿਆਂ ਨੂੰ ਕੀ ਖਵਾਲੇਗਾ? ਬਾਬਾ ਜੀ ਨੇ ਗਿਆਨ ਸਿੰਘ ਵੱਲ ਵੇਖ ਕੇ ਪੁੱਛਿਆ। ਮੈਂ ਜੀ ਕੌਣ ਹਾਂ ਖਵਾਉਣ ਵਾਲਾ? ਪਹਿਲਾਂ ਵੀ ਮੈਂ ਨਹੀਂ ਸੀ ਖਵਾਇਆ, ਅੱਗੇ ਵੀ ਮੈਂ ਨਹੀਂ ਖਵਾਉਣਾ, ਉਸਨੇ ਕਿਹਾ। ਕਵੀ ਮੁੰਡਾ ਤਾਂ ਬਹੁਤ ਹੀ ਚੰਗਾ ਬੋਲਦਾ ਈ। ਸੱਚ ਹੈ ਜੀ, ਕਵੀ ਜੀ ਨੇ ਕਿਹਾ। ਇੱਕ ਵਾਜਾ ਇਹੋ ਜਿਹਾ ਭਦੌੜ ਵਾਲੇ ਸਰਦਾਰ ਨੇ ਵੀ ਬਣਵਾਇਆ ਸੀ। ਕਿੰਨੇ ਦਾ ਸੀ ਉਹ? ਬਾਬਾ ਜੀ ਨੇ ਪੁੱਛਿਆ। ਬਾਬਾ ਜੀ, ਉਹ ਵਾਜਾ 120 ਦਾ ਸੀ, ਕਵੀ ਜੀ ਨੇ ਯਾਦ ਕਰਕੇ ਦੱਸਿਆ। ਅੱਛਾ, ਇਹ ਵਾਜਾ ਉਸ ਨਾਲੋਂ ਚੰਗਾ ਹੀ, ਇਸ ਨੂੰ 131 ਦੇ ਦੇ। ਬਾਬਾ ਜੀ ਦਾ ਇਹ ਬਚਨ ਸੁਣ ਕੇ ਗਿਆਨ ਸਿੰਘ ਭੁੱਬਾ ਮਾਰ ਕੇ ਰੋ ਪਿਆ। ਹਿਰਦੇ ਵਿੱਚ ਪ੍ਰੇਮ ਜਾਗਣਾ ਪੁਰਬਲੀਆਂ ਕਾਲਨਾਵਾਂ ਸਦਕਾ ਹੁੰਦਾ ਹੈ। ਪ੍ਰੇਮ ਵਿੱਚੋਂ ਹੰਝੂ ਵਹਿ ਤੁਰਨੇ ਵੱਡੀ ਮਿਹਰ ਹੁੰਦੀ ਹੈ। ਇੱਕ ਵਾਰ ਕਿਸ਼ਨ ਜੀ ਨੇ ਅਰਜਨ ਨੂੰ ਕਿਹਾ, ਪਾਰਥ, ਜੋ ਮੇਰੇ ਪ੍ਰੇਮ ਵਿੱਚ ਹੰਝੂ ਵਹਾਉਂਦਾ ਹੈ, ਮੈਂ ਉਸਦੇ ਹੰਝੂ ਥੱਲੇ ਨਹੀਂ ਡਿੱਗਣ ਦਿੰਦਾ। ਮਧੂਸੂਦਨ, ਫਿਰ ਤੁਸੀਂ ਉਹਨਾਂ ਹੰਝੂਆਂ ਦਾ ਕੀ ਕਰਦੇ ਹੋ? ਅਰਜਨ ਨੇ ਪੁੱਛਿਆ। ਮੈਂ ਉਹਨਾਂ ਹੰਝੂਆਂ ਨੂੰ ਆਪਣੇ ਬੁੱਕ ਵਿੱਚ ਲੈ ਕੇ ਉਸਦੇ ਸਾਰੇ ਪਾਪ ਧੋ ਦਿੰਦਾ ਹਾਂ, ਕ੍ਰਿਸ਼ਨ ਜੀ ਨੇ ਕਿਹਾ। ਪਰਮੇਸ਼ਰ ਦੇ ਪਿਆਰੇ ਉਸਦੇ ਵਰਸੋਏ ਮਹਾਂਪੁਰਖ ਪਿਆਰ ਦੇ ਵਸ ਹੁੰਦੇ ਹਨ। ਰੱਬ ਆਪ ਵੀ ਪ੍ਰੇਮ ਦੇ ਵਸ ਹੀ ਹੈ। ਹੋਰ ਕੌਣ ਹੈ ਜੋ ਉਸਨੂੰ ਵਸ ਕਰ ਲਵੇ? ਜਿੱਥੇ ਪ੍ਰੇਮ ਹੈ ਉੱਥੇ ਉਹ ਆਪ ਬਖਸ਼ਿਸ਼ ਕਰਦਾ ਹੈ। ਭੀਲਿਨੀ ਨੇ ਕਿਹੜਾ ਤਪ ਕੀਤਾ ਸੀ? ਬਿਦਰ ਨੇ ਕਿਹੜੀਆਂ ਸਮਾਧੀਆਂ ਲਾਈਆਂ ਸਨ? ਸੋਇਨਾ ਅਤੇ ਮੋਇਨਾ ਦੇ ਪ੍ਰੇਮ ਨੇ ਪ੍ਰਤੱਖ ਕਰ ਦਿੱਤਾ ਕਿ ਪ੍ਰੇਮ ਅੱਗੇ ਨੇਮ ਵੀ ਤੋੜ ਕੇ ਗੱਲ ਲਾ ਲੈਂਦਾ ਹੈ। ਸਾਈਂ, ਸੋਇਨਾ ਅਤੇ ਮੋਇਨਾ ਦੀ ਸਾਖੀ ਸੁਣਨ ਵਾਸਤੇ ਤੁਸੀਂ ਸਾਡੇ ਚੈਨਲ 'ਤੇ ਇਸ ਦੀ ਵੀਡੀਓ ਸੁਣ ਸਕਦੇ ਹੋ। ਹੋਰ ਕੋਈ ਰਾਹ ਹੀ ਨਹੀਂ ਹੈ। ਕੋਈ ਕੁਝ ਕਰੀ ਜਾਵੇ, ਉਹ ਪ੍ਰਸੰਨ ਨਹੀਂ ਹੁੰਦਾ। ਪ੍ਰੀਤ ਵਿੱਚ ਵਹਿ ਰਹੇ ਹੰਝੂਆਂ ਦਾ ਖਿੱਚਿਆ ਪ੍ਰਤੱਖ ਦਰਸ਼ਨ ਵੀ ਦੇ ਦਿੰਦਾ ਹੈ। ਦਿੱਤੇ ਹਨ ਦਰਸ਼ਨ ਭਗਤ ਧੰਨੇ ਨੂੰ, ਭਗਤ ਨਾਮਦੇਵ ਜੀ ਨੂੰ। ਭਰਮ ਤੋੜ ਦਿੱਤਾ ਕਿਰਾ ਮੂਰਤੀ ਪੂਜਾ ਨਾਲ ਨਹੀਂ, ਇਸ ਪ੍ਰੇਮ ਅਤੇ ਭਰੋਸੇ ਨਾਲ ਪ੍ਰਾਪਤ ਹੋਇਆ ਕਿ ਜ਼ਰੂਰ ਹੀ ਪ੍ਰਤੱਖ ਦਰਸ਼ਨ ਹੋਵੇਗਾ ਅਤੇ ਭੋਗ ਲਗਾਵੇਗਾ। ਵਿਵਾਦ ਕਰਨ ਵਾਲੇ ਵਿਵਾਦ ਵਿੱਚ ਰਹਿ ਜਾਂਦੇ ਨੇ। ਕਰਮ ਕਾਂਡ ਵਿੱਚ ਫਸੇ ਕਰਮਾਂ ਦੇ ਚੱਕਰ ਵਿੱਚ ਫਸ ਕੇ ਰਹਿ ਜਾਂਦੇ ਨੇ। ਪ੍ਰੇਮ ਵਾਲੇ ਤੱਤ ਵਸਤੂ ਦੀ ਪਛਾਣ ਕਰ ਹੀ ਲੈਂਦੇ ਨੇ। ਗਿਆਨ ਸਿੰਘ ਦਾ ਪ੍ਰੇਮ ਭਰਿਆ ਰੁਦਨ ਸੁਣ ਕੇ ਬਾਬਾ ਜੀ ਨੇ ਪ੍ਰੇਮ ਵਿੱਚ ਬਚਨ ਕੀਤਾ। ਗੁਰੂ ਨਾਨਕ ਨੂੰ ਪ੍ਰੇਮ ਭਾਉਂਦਾ ਹੈ, ਪ੍ਰੀਤ ਕਰਨ ਵਾਲਿਆਂ 'ਤੇ ਤਰੁੱਠਦਾ ਹੈ। ਕੁਝ ਸਮਾਂ ਬਾਬਾ ਜੀ ਨੇ ਪ੍ਰਸੰਨਤਾ ਵਿੱਚ ਪ੍ਰੇਮ ਭਰੇ ਬਚਨ ਕੀਤੇ ਅਤੇ ਆਗਿਆ ਦੇ ਦਿੱਤੀ। ਇੱਕ ਦਿਨ ਰਤਨ ਸਿੰਘ ਦਾ ਜਾਣੂ ਸੂਬੇਦਾਰ ਉਜਾਗਰ ਸਿੰਘ ਇੱਕ ਅੰਗਰੇਜ਼ ਅਫਸਰ ਨੂੰ ਲੈ ਕੇ ਆਇਆ। ਉਜਾਗਰ ਸਿੰਘ ਚੂਹੜ ਚੱਕ ਪਿੰਡ ਦਾ ਸੀ। ਉਸ ਦੇ ਨਾਲ ਜੋ ਅੰਗਰੇਜ਼ ਅਫਸਰ ਸੀ, ਵਰਲਡ ਵਾਰ ਕਾਰਨ ਪਿੰਡਾਂ ਵਿੱਚੋਂ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਆਇਆ ਹੋਇਆ ਸੀ। ਅੰਗਰੇਜ਼ ਹਿਟਲਰ ਦੀ ਜੰਗ ਵਿੱਚ ਇੱਕ ਤੋਂ ਬਾਅਦ ਦੂਸਰੀ ਜਿੱਤ ਤੋਂ ਡਰੇ ਹੋਏ ਸਨ। ਅੰਗਰੇਜ਼ ਅਫਸਰ ਭਵਿੱਖ ਬਾਰੇ ਜਾਣਨ ਲਈ ਉਜਾਗਰ ਸਿੰਘ ਨਾਲ ਬਾਬਾ ਜੀ ਪਾਸ ਆਇਆ ਸੀ। ਜੋ ਜੀ ਬਾਬਾ ਜੀ ਨੇ ਐਸਾ ਪ੍ਰਭਾਵ ਪਾਇਆ ਕਿ ਪੁੱਛੀ ਵੀ ਜਾਣ ਕਿ ਕਿਸ ਮੰਤਵ ਦੇ ਨਾਲ ਆਏ ਹੋ, ਉਹਨਾਂ ਕੋਲ ਅਸਲੀ ਗੱਲ ਪੁੱਛੀ ਹੀ ਨਾ ਹੋਈ। ਜਦ ਉਹ ਚਲੇ ਗਏ ਤਾਂ ਆਪ ਜੀ ਨੇ ਰਤਨ ਸਿੰਘ ਨੂੰ ਕਿਹਾ, ਐਵੇਂ ਹੀ ਡਰੀ ਜਾਂਦੇ ਨੇ, ਇਹਨਾਂ ਦੇ ਹਾਲੀ ਸਾਲ ਹਨ, ਕੁਝ ਸਾਲ ਹੋਰ ਰਾਜ ਕਰਨਗੇ। ਬਾਬਾ ਜੀ, ਹਿਟਲਰ ਤਾਂ ਦੱਬੀ ਆਉਂਦਾ ਹੈ, ਰਤਨ ਸਿੰਘ ਨੇ ਕਿਹਾ। ਉਹ ਮੁੰਡਾ ਹੈ, ਆਪਣੇ ਪੁੰਨ ਸਾੜੀ ਜਾ ਰਿਹਾ ਹੈ, ਉਸਨੂੰ ਪਿੱਛੇ ਹਟਣਾ ਹੀ ਪਊ। ਬਾਬਾ ਜੀ ਦਾ ਬਚਨ ਸੀ।
30 ਅਪ੍ਰੈਲ 1945 ਈਸਵੀ ਵਿੱਚ ਰੂਸੀ ਫੌਜਾਂ ਦੇ ਅੱਗੇ ਵਧਣ ਆਉਣ ਕਾਰਨ ਹਿਟਲਰ ਅਤੇ ਉਸਦੀ ਪਤਨੀ ਨੇ ਆਤਮ ਹੱਤਿਆ ਕਰ ਲਈ ਸੀ। ਅਪ੍ਰੈਲ 2000 ਵਿੱਚ ਉਸਦੀ ਖੋਪੜੀ, ਜਿਸ ਵਿੱਚ ਗੋਲੀ ਲੱਗਣ ਨਾਲ ਹੋਇਆ ਛੇਕ ਸਾਫ਼ ਦਿਖਦਾ ਸੀ, ਰੂਸ ਨੇ ਬਰਲਿਨ ਦੀ ਜਿੱਤ ਦੀ ਯਾਦਗਾਰ ਦੇ ਮੌਕੇ ਆਮ ਲੋਕਾਂ ਦੇ ਦੇਖਣ ਲਈ ਪ੍ਰਦਰਸ਼ਨੀ ਵਿੱਚ ਰੱਖੀ ਸੀ। ਜਿੱਥੇ ਮਹਾਂਪੁਰਖਾਂ ਪਾਸ ਪਰਮਾਰਥ ਦੇ ਜਗਿਆਸੂ ਆਉਂਦੇ ਹਨ, ਉੱਥੇ ਕੁਝ ਵਿਦਿਆ ਅਭਿਮਾਨੀ ਵੀ ਆ ਜਾਇਆ ਕਰਦੇ ਹਨ। ਪਰਮੇਸ਼ਰ ਬਾਰੇ ਗ੍ਰੰਥਾਂ ਵਿੱਚੋਂ ਪੜ੍ਹ ਕੇ ਖੁਦ ਨੂੰ ਵੱਡਾ ਗਿਆਨੀ ਸਮਝਣ ਦੀ ਭੁੱਲ ਕਈ ਲੋਕ ਕਰ ਜਾਂਦੇ ਹਨ। ਅਨੁਭਵੀ ਮਹਾਂਪੁਰਖਾਂ ਨੂੰ ਅਨਪੜ੍ਹ ਸਮਝ ਲੈਣਾ ਉਹਨਾਂ ਦੀ ਦੂਸਰੀ ਗਲਤੀ ਹੁੰਦੀ ਹੈ। ਇੱਕ ਦਿਨ ਇੱਕ ਵਿਦਵਾਨ ਮਨ ਵਿੱਚ ਕਈ ਪ੍ਰਸ਼ਨ ਲੈ ਕੇ ਦੀਵਾਨ ਵਿੱਚ ਆ ਬੈਠਾ। ਬਾਬਾ ਜੀ ਦੀਵਾਨ ਵਿੱਚ ਬਚਨ ਕਰ ਰਹੇ ਸਨ। ਭਾਈ, ਬੀਜ ਨਾਸ ਕਿਸੇ ਚੀਜ਼ ਦਾ ਨਹੀਂ ਹੁੰਦਾ। ਸਤਿਗੁਰ ਸਮੇਂ ਪੁੰਨ ਪ੍ਰਬਲ ਹੁੰਦੇ ਹਨ, ਪਰ ਭਾਵ ਵੀ ਸੂਖਮ ਰੂਪ ਵਿੱਚ ਕਾਇਮ ਰਹਿੰਦੇ ਹਨ, ਉਹਨਾਂ ਦਾ ਵੀ ਨਾਸ ਨਹੀਂ ਹੁੰਦਾ। ਬਾਬਾ ਜੀ, ਇੱਕ ਪ੍ਰਸ਼ਨ ਹੈ, ਇਹ ਕਿਵੇਂ ਹੁੰਦਾ ਹੈ? ਉਸਨੇ ਵਿੱਚ ਹੀ ਖੜੇ ਹੋ ਕੇ ਪੁੱਛਿਆ। ਬਾਬਾ ਜੀ ਨੇ ਜਦ ਉਸ ਵੱਲ ਨਿਗਾਹ ਕੀਤੀ ਤਾਂ ਆਪ ਜੀ ਦੇ ਚਿਹਰੇ ਦਾ ਜਲਾਲ ਦੇਖ ਕੇ ਉਹ ਕੰਬ ਉੱਠਿਆ। ਉਸ ਪਾਸੋਂ ਖੜਾ ਨਾ ਰਹਿ ਹੋਇਆ, ਝਟ ਬੈਠ ਗਿਆ। ਬਾਬਾ ਜੀ ਨੇ ਬਚਨ ਕੀਤਾ, ਇਹ ਕੋਈ ਬੇਰ ਨਹੀਂ ਜੋ ਦਰਖਤ ਤੋਂ ਝਾੜ ਲਏ। ਸੰਗਤ ਅਤੇ ਕਮਾਈ ਨਾਲ ਹੀ ਇਨ੍ਹਾਂ ਚੀਜ਼ਾਂ ਦਾ ਅਨੁਭਵੀ ਗਿਆਨ ਪ੍ਰਾਪਤ ਹੁੰਦਾ ਹੈ। ਇਹ ਵਿਦਵਾਨ ਜਲੰਧਰ ਦੀ ਸੰਗਤ ਨਾਲ ਆਇਆ ਸੀ। ਜਲੰਧਰ ਦੇ ਪ੍ਰੇਮੀਆਂ ਵਿੱਚ ਭਾਈ ਠਾਕੁਰ ਸਿੰਘ ਵੀ ਸੀ। ਠਾਕੁਰ ਸਿੰਘ ਗੁਰਦੁਆਰਾ ਗੁਰਸਿੰਘ ਸਭਾ ਵਿੱਚ ਗ੍ਰੰਥੀ ਦੀ ਸੇਵਾ ਕਰਦਾ ਸੀ। ਕੀਰਤਨ ਵੀ ਕਰ ਲੈਂਦਾ ਸੀ। ਉਸਨੇ ਕੀਰਤਨ ਦੁਆਰਾ ਹਾਜ਼ਰੀ ਭਰੀ। ਬਹੁਤ ਸੁਹਾਵਣਾ ਸਮਾਂ ਬਣਿਆ। ਬਾਬਾ ਜੀ ਨੇ ਕੀਰਤਨ ਸੁਣ ਕੇ ਪ੍ਰਸੰਨ ਹੁੰਦੇ ਸਨ। ਸਮਾਪਤੀ ਉੱਤੇ ਬਹੁਤ ਖੁਸ਼ੀਆਂ ਦਿੱਤੀਆਂ। ਅਗਲੇ ਦਿਨ ਬਾਬਾ ਜੀ ਨੇ ਠਾਕੁਰ ਸਿੰਘ ਨੂੰ ਆਪਣੇ ਪਾਸ ਸਰਦਰਖਾਨੇ ਵਿੱਚ ਸੱਦਿਆ। ਇੱਕ ਤਾਂ ਸਰਦਰਖਾਨੇ ਦਾ ਵਾਤਾਵਰਨ ਠੰਡਾ ਅਤੇ ਦੂਸਰੇ ਨਾਮ ਮਰਤੇ ਮਹਾਂਪੁਰਖਾਂ ਦੇ ਸਨਮੁਖ ਦਰਸ਼ਨ। ਠਾਕੁਰ ਸਿੰਘ ਦਾ ਹਿਰਦਾ ਠਰ ਗਿਆ ਸੀ। ਭਾਈ ਜੀ, ਨਿਤਨੇਮ ਕੀ ਕਰਦੇ ਹੋ? ਉੱਠਦੇ ਕਿੰਨੇ ਵਜੇ ਹੋ? ਬਾਬਾ ਜੀ ਨੇ ਪੁੱਛਿਆ। ਬਾਬਾ ਜੀ, 3 ਵਜੇ ਉੱਠਦਾ ਹਾਂ ਜੀ। ਗੁਰੂ ਸਾਹਿਬ ਦੀ ਕਿਰਪਾ ਨਾਲ 5 ਬਾਣੀਆਂ ਦਾ ਪਾਠ ਕਰਦਾ ਹਾਂ। ਠਾਕੁਰ ਸਿੰਘ ਨੇ ਉੱਤਰ ਦਿੱਤਾ। ਅੱਛਾ, ਬਹੁਤ ਚੰਗਾ ਕਰਦੇ ਹੋ, ਪਰ ਇੱਕ ਪਾਠ ਸੁਖਮਨੀ ਸਾਹਿਬ ਦਾ ਵੀ ਰੋਜ਼ ਕਰ ਲਿਆ ਕਰੋ। ਸਤ ਬਚਨ ਜੀ, ਤੁਸੀਂ ਹੋ ਗੁਰੂ ਕੇ ਵਜ਼ੀਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰ ਨਾਜ਼ਰ ਗੁਰੂ ਨਾਨਕ ਜਾਣ ਕੇ ਸੇਵਾ ਕਰੋ। ਮਹੀਨੇ ਮੇਂ ਇੱਕ ਸਹਿਜ ਪਾਠ ਜ਼ਰੂਰ ਕਰਿਆ ਕਰੋ। ਸੰਗਰਾਂਦ ਨੂੰ ਭੋਗ ਪਾ ਦਿੱਤਾ। ਸਤ ਬਚਨ ਜੀ, ਦਸਵੰਤ ਵੀ ਗੁਰੂ ਕੇ ਲੇਖੇ ਲਾਓ। ਸਤ ਬਚਨ ਜੀ। ਕੁਝ ਸਮਾਂ ਪ੍ਰਸੰਨਤਾ ਦੇ ਬਚਨ ਕਰਨ ਤੋਂ ਬਾਅਦ ਬਾਬਾ ਜੀ ਨੇ ਠਾਕੁਰ ਸਿੰਘ ਨੂੰ ਪ੍ਰਸ਼ਾਦ ਦਿੱਤਾ ਅਤੇ ਛੁੱਟੀਆਂ ਦਿੱਤੀਆਂ। ਇੱਕ ਦਿਨ ਇੱਕ ਫਕੀਰ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਇਆ। ਸੰਤਾਂ ਸਾਧੂਆਂ ਦੀਆਂ ਗੱਲਾਂ ਰਮਸਾਂ ਵਿੱਚ ਹੁੰਦੀਆਂ ਨੇ। ਬੇਪਰਵਾਹ ਪ੍ਰਭੂ ਪਿਆਰਿਆਂ ਦੇ ਚੋਜ ਨਿਰਾਲੇ ਹੀ ਹੋਇਆ ਕਰਦੇ ਹਨ। ਸਿੱਖਿਆ ਦੇਣ ਦਾ ਢੰਗ ਵੀ ਉਹਨਾਂ ਦਾ ਅਨੋਖਾ ਹੀ ਹੋਇਆ ਕਰਦਾ ਹੈ। ਇੱਕ ਵਾਰ ਸੰਤ ਬਸੰਤ ਸਿੰਘ ਜੀ ਨਿਰਮਲੇ ਮੁਲਤਾਨ ਵਾਲਿਆਂ ਪਾਸ ਕਿਸੇ ਡੇਰੇ ਤੋਂ ਕੋਈ ਸਾਧੂ ਆਇਆ। ਦੂਸਰੇ ਤੀਸਰੇ ਦਿਨ ਹੀ ਸੰਤਾਂ ਨੂੰ ਉਸ ਡੇਰੇ ਦੇ ਮਹੰਤ ਦੀ ਚਿੱਠੀ ਮਿਲੇ ਕਿ ਇਹ ਸਾਧੂ ਨੂੰ ਆਪ ਜੀ ਪਾਸ ਭੇਜ ਰਹੇ ਹਾਂ, ਪਰ ਇਸ ਵਿੱਚ ਇੱਕ ਦੋਸ਼ ਹੈ, ਝੂਠ ਬਹੁਤ ਬੋਲਦਾ ਹੈ। ਸੰਤਾਂ ਨੇ ਚਿੱਠੀ ਪੜ੍ਹਨ ਤੋਂ ਬਾਅਦ ਉਸ ਸਾਧੂ ਦੀ ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ। ਉਹ ਬੜਾ ਹੈਰਾਨ ਹੋਇਆ। ਮਹਾਂਪੁਰਖੋ, ਮੇਰੇ 'ਤੇ ਕਿਉਂ ਪਾਪ ਚੜ੍ਹਾਉਂਦੇ ਹੋ? ਉਸਨੇ ਕਿਹਾ, ਤੁਸੀਂ ਧੰਨ ਹੋ। ਸਾਡੇ ਵਰਗਿਆਂ ਵਿੱਚ ਕਈ ਦੋਸ਼ ਨੇ, ਤੁਹਾਡੇ ਵਿੱਚ ਤਾਂ ਇੱਕੋ ਹੀ ਦੋਸ਼ ਹੈ। ਸੰਤ ਜੀ ਨੇ ਕਿਹਾ। ਉਸ ਸਾਧੂ ਨੂੰ ਸੰਤਾਂ ਦੇ ਬਚਨ ਤੋਂ ਸੇਧ ਮਿਲ ਗਈ। ਉਸ ਨੇ ਝੂਠ ਬੋਲਣਾ ਛੱਡ ਦਿੱਤਾ। ਰੱਬ ਦੇ ਪਿਆਰਿਆਂ ਦੇ ਚੋਜ ਨਿਆਰੇ ਹੀ ਹੋਇਆ ਕਰਦੇ ਨੇ। ਆਓ ਸਾਈਂ ਜੀ, ਜੀ ਆਇਆਂ ਨੂੰ। ਕੋਈ ਰੱਬ ਦੀ ਘਰ ਦੀ ਸੁਣਾਓ। ਬਾਬਾ ਜੀ ਨੇ ਉਸ ਫਕੀਰ ਦੀ ਆਮਦ 'ਤੇ ਬਚਨ ਕੀਤਾ। ਪਾਣੀ ਪੀਏ ਛਾਣ ਕੇ, ਪੀਰ ਕਰੀਏ ਪਛਾਣ ਕੇ। ਫਕੀਰ ਨੇ ਰਮਜ਼ ਭਰੀ ਗੱਲ ਕਹੀ। ਅਸੀਂ ਤੇ ਇਹ ਸਮਝਦੇ ਹਾਂ ਕਿ ਪਾਣੀ ਪੀਏ ਕਾੜ ਕੇ ਤੇ ਸੇਵਰ ਰੱਖੀਏ ਤਾੜ ਕੇ। ਬਾਬਾ ਜੀ ਨੇ ਉਸ ਦੀ ਗੱਲ ਦਾ ਜਵਾਬ ਰਮਜ਼ ਵਿੱਚ ਹੀ ਦਿੱਤਾ। ਮੁਰਸ਼ਦ ਕਾਮਲ, ਮੁਰੀਦ ਆਮਲ ਤੇ ਖੁਦਾ ਸ਼ਾਮਿਲ। ਫਕੀਰ ਨੇ ਇੱਕ ਹੋਰ ਰਮਜ਼ ਦਿੱਤੀ। ਮੁਰੀਦ ਆਮਲ ਹੋਣਾ ਚਾਹੀਦਾ ਹੈ, ਖੁਦਾ ਆਪ ਹੀ ਸ਼ਾਮਿਲ ਹੈ। ਬਾਬਾ ਜੀ ਨੇ ਉਸ ਦੀ ਨਿਸ਼ਾ ਕਰਾ ਦਿੱਤੀ। ਮੁਰੀਦ ਨੂੰ ਪ੍ਰਾਪਤੀ ਤਾਂ ਹੀ ਹੋ ਸਕਦੀ ਹੈ ਜੇਕਰ ਉਹ ਕਾਮਲ ਹੋਵੇ, ਉਸਨੂੰ ਗੁਰੂ 'ਤੇ ਭਰੋਸਾ ਹੋਵੇ। ਨਹੀਂ ਤਾਂ ਪੂਰੇ ਸਤਿਗੁਰ ਦੀ ਸੰਗਤ ਵਿੱਚ ਰਹਿੰਦਿਆਂ ਵੀ ਉਹ ਖਾਲੀ ਹੀ ਰਹਿ ਜਾਂਦਾ ਹੈ। ਦੂਸਰੇ ਪਾਸੇ ਜੇ ਮੁਰੀਦ ਕਾਮਲ ਹੈ ਤਾਂ ਭਾਵੇਂ ਮੁਰੀਦ ਅਧੂਰਾ ਵੀ ਹੋਵੇ, ਮੁਰੀਦ ਦਾ ਸਿਦਕ ਉਸਨੂੰ ਸਿਰੇ ਲੈ ਜਾਂਦਾ ਹੈ। ਕੱਚਾ ਗੁਰੂ ਮੁਕਤੀ ਨਹੀਂ ਦੇ ਸਕਦਾ, ਪਰ ਜੇ ਚੇਲਾ ਸਿਦਕ ਵਾਲਾ ਹੋਵੇ ਤਾਂ ਖੁਦ ਵੀ ਤਰ ਜਾਂਦਾ ਹੈ ਤੇ ਅਧੂਰੇ ਗੁਰੂ ਨੂੰ ਵੀ ਤਾਰ ਦਿੰਦਾ ਹੈ। ਮੰਨੇ ਤਰੇ ਤਾਰੇ ਗੁਰਸਿੱਖ। ਭਗਤ ਧੰਨੇ ਨੂੰ ਉਪਦੇਸ਼ ਦੇਣ ਵਾਲਾ ਗੁਰੂ ਪੰਡਤ ਅਧੂਰਾ ਸੀ,
ਪਰ ਭਗਤ ਜੀ ਦੇ ਭੋਲੇ ਭਾਉ 'ਤੇ ਪ੍ਰਸੰਨ ਹੋ ਕੇ ਨਿਰੰਕਾਰ ਨੇ ਉਸ ਨੂੰ ਗਲ ਨਾਲ ਲਾ ਲਿਆ। ਕ੍ਰਿਸ਼ਨ ਜੀ ਗੀਤਾ ਵਿੱਚ ਆਖਦੇ ਹਨ, ਜਿਸ ਦੇ ਮਨ ਵਿੱਚ ਪਰਮੇਸ਼ਰ ਨੂੰ ਮਿਲਣ ਦੀ ਤੀਬਰ ਇੱਛਾ ਹੋਵੇ, ਪਰਮੇਸ਼ਰ ਆਪ ਉਸ ਨੂੰ ਆਪਣੇ ਮਿਲਾਪ ਦੇ ਰਾਹ 'ਤੇ ਪਾ ਲੈਂਦਾ ਹੈ। ਪਰ ਇਸ ਲਈ ਮੁਰੀਦ ਜਾਂ ਜਗਿਆਸੂ ਦਾ ਅਮਲ ਹੋਣਾ ਜ਼ਰੂਰੀ ਹੈ। ਬਾਬਾ ਜੀ ਦੀ ਇਸ ਰਮਜ਼ ਨਾਲ ਫਕੀਰ ਦੀ ਤਸੱਲੀ ਹੋ ਗਈ। ਬਾਬਾ ਜੀ ਨੇ ਉਸ ਨੂੰ ਪ੍ਰਸ਼ਾਦ ਦਿੱਤਾ ਅਤੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਲਈ ਕਿਹਾ। ਸਾਧ ਸੰਗਤ ਜੀ, ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਵਾਸਤੇ ਤੁਸੀਂ ਸਾਡਾ ਚੈਨਲ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।